ਦੋਸਤੋ ਜਦੋਂ ਦੀ ਇਹ ਕਿਸਾਨ ਮੂਵਮੈਂਟ ਸ਼ੁਰੂ ਹੋਈ ਹੈਗੀ ਹੈ, ਜਦੋਂ ਵੀ ਮੌਕਾ ਮਿਲਦਾ ਹੈਗਾ ਇਹ ਸਪੈਸ਼ਲੀ ਜਿਹੜੀ ਬਾਹਰ ਪੰਨੂ ਸਾਹਿਬ ਦੀ ਜਿਹੜੀ ਆਰਗੇਨਾਈਜੇਸ਼ਨ ਹੈਗੀ ਹੈ, ਦੁਕਾਨਦਾਰੀ ਹੈਗੀ ਹੈ, ਇਹਨਾਂ ਨੇ ਖਾਲਿਸਤਾਨ ਦੇ ਨਾਂ ਤੇ ਬਣਾਈ ਹੈਗੀ ਹੈ। ਖਾਲਿਸਤਾਨ ਦੇ ਕਨਸੈਪਟ ਨੂੰ ਚੋਰੀ ਕਰਕੇ ਹੈਗੇ ਜਿਹੜਾ ਐਂ ਕਰ ਦਾਂਗੇ, ਐ ਨਹੀਂ ਕਰਨ ਦੇਣਾ, ਵੜ ਨਹੀਂ ਦੇਣਾ ਹੈਗਾ। ਮੈਂ ਪੰਨੂ ਸਾਹਿਬ ਤੁਸੀਂ ਕਿੰਨੀ ਦੇਰ ਹੋ ਗਈ ਇਹ ਜਿਹੜਾ ਜਿਹੜਾ ਹੈਗਾ ਆਹ ਸਿਆਪਾ ਜਿਹਾ ਖੜਾ ਕਰਿਆ ਹੋਇਆ। ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਤੁਸੀਂ ਪੋਸਟਰ ਲਗਾ ਕੇ ਲੋਕਾਂ ਨੂੰ ਟੈਰੋਰਾਈਜ਼ ਕਰਕੇ ਗੁਰਦੁਆਰਿਆਂ ਦੇ ਵਿੱਚ ਪੱਗਾਂ ਲਾ ਕੇ ਠੁੱਡੇ ਮਾਰ ਕੇ ਤੁਸੀਂ ਲੋਕਾਂ ਨੂੰ ਡਰਾਇਆ, ਪੱਤਰਕਾਰਾਂ ਨੂੰ ਗੁਰਦੁਆਰਿਆਂ ਦੇ ਵਿੱਚ ਕੁੱਟਿਆ ਹੈਗਾ। ਕੋਈ ਵਿਰੋਧੀ ਜਾਂ ਕੋਈ ਬੰਦਾ ਸੈਂਸੀਬਲੀ ਵੀ ਤੁਹਾਨੂੰ ਕੋਈ ਪੁੱਛ ਲਿਆ ਹੈ ਕਿ ਉਹਦੇ ਤੁਸੀਂ ਗੱਲ ਨੂੰ ਪੈਂਦੇ ਹੈਗੇ। ਕਿਸਾਨ ਮੂਵਮੈਂਟ ਦੇ ਵਿੱਚ ਤੁਹਾਡਾ ਜ਼ਿਆਦਾ ਦਖਲਅੰਦਾਜ਼ੀ ਅੱਜ ਤੋਂ ਬਾਅਦ ਆਏਗੀ, ਉਹ ਸ਼ਾਇਦ ਪਰੇਸ਼ਾਨ ਕਰੇਗੀ ਸਾਰਿਆਂ ਨੂੰ। ਪਰ ਕਿਸਾਨਾਂ ਦੇ ਮਾਮਲੇ ਦੇ ਵਿੱਚ ਪਲੀਜ਼ ਇੰਟਰਫੀਅਰ ਨਾ ਕਰੋ। ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ। ਦੋਸਤੋ, ਕਾਫੀ ਦਿਨਾਂ ਤੋਂ ਕੁਝ ਮਿੱਤਰਾਂ ਦੇ ਦੋਸਤਾਂ ਦੇ ਮੈਸੇਜ ਆਏ ਸੀਗੇ, ਉਹ ਪੁੱਛਣਾ ਚਾਹੁੰਦੇ ਹੈਗੇ ਨੇ ਵੀ ਤੁਹਾਡੇ ਵਿਊ ਪੁਆਇੰਟ ਫਾਰਮਰ ਐਜੀਟੇਸ਼ਨ, ਜਿਹੜੀ ਕਿਸਾਨਾਂ ਦੀ ਐਜੀਟੇਸ਼ਨ ਪੰਜਾਬ ਦੇ ਵਿੱਚੋਂ ਸ਼ੁਰੂ ਹੋਈ, ਇੰਡੀਆ ਦੇ ਵਿੱਚ ਚੱਲ ਰਹੀ ਹੈਗੀ ਹੈ, ਔਰ ਦੂਜੇ ਪਾਸੇ ਇੱਕ ਖਾਲਿਸਤਾਨੀ ਜਿਹੜੇ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਜਾਂ ਯੂਰਪ ਦੇ ਵਿੱਚ ਬੈਠ ਕੇ ਉਹਦੇ ਵਿੱਚ ਲੱਤ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਨੇ। ਉਹਦੇ ਉੱਤੇ ਉਹਨਾਂ ਨੇ ਕੁਝ ਦੋਸਤਾਂ ਨੇ ਮੰਗਿਆ ਹੈਗਾ ਸੀ ਤੁਹਾਡਾ ਵਿਊ ਪੁਆਇੰਟ ਕੀ ਹੈਗਾ। ਤੁਸੀਂ ਦੇਖ ਰਹੇ ਹੈਗੇ ਹੋ ਦੋਸਤੋ, ਜਦੋਂ ਦੀ ਇਹ ਕਿਸਾਨ ਮੂਵਮੈਂਟ ਸ਼ੁਰੂ ਹੋਈ ਹੈਗੀ ਹੈ, ਜਦੋਂ ਵੀ ਮੌਕਾ ਮਿਲਦਾ ਹੈਗਾ, ਇਹ ਸਪੈਸ਼ਲੀ ਜਿਹੜੀ ਬਾਹਰ ਪੰਨੂ ਸਾਹਿਬ ਦੀ ਜਿਹੜੀ ਆਰਗੇਨਾਈਜੇਸ਼ਨ ਹੈਗੀ ਹੈ, ਆਰਗੇਨਾਈਜੇਸ਼ਨ ਵੀ ਨਹੀਂ ਕਹਿ ਸਕਦੇ ਹੈਗੇ, ਜਿਹੜੀ ਦੁਕਾਨਦਾਰੀ ਹੈਗੀ ਹੈ, ਇਹਨਾਂ ਨੇ ਖਾਲਿਸਤਾਨ ਦੇ ਨਾਂ ਤੇ ਬਣਾਈ ਹੈਗੀ ਹੈ। ਖਾਲਿਸਤਾਨ ਦੇ ਕਨਸੈਪਟ ਨੂੰ ਚੋਰੀ ਕਰਕੇ ਹੈਗੇ ਜਿਹੜਾ, ਹਾਲਾਂਕਿ ਇਸ ਚੀਜ਼ ਦੇ ਵਿੱਚ ਖਾਲਿਸਤਾਨ ਦੇ ਕੋਈ ਜਿਹੜੇ ਹਾਮੀ ਲੋਕੀ ਵੀ ਹੈਗੇ ਸੀਗੇ, ਉਹ ਵੀ ਇਹਨਾਂ ਦੇ ਨਾਲ ਸਹਿਮਤ ਨਹੀਂ ਹੈਗੇ। ਪਰ ਇਹਨਾਂ ਨੇ ਇਦਾਂ ਦੇ ਨਾਂ ਫੈਂਸੀ ਨਾਂ ਰੱਖ ਕੇ ਹੈਗੇ, ਫੈਂਸੀ ਡਾਇਲੌਗ ਕਰਕੇ ਬਣਾ ਕੇ ਲਗਾ ਕੇ ਇਹਨਾਂ ਨੇ ਖਾਲਿਸਤਾਨ ਦੇ ਕਨਸੈਪਟ ਨੂੰ ਵੀ ਚੋਰੀ ਕਰਿਆ ਹੈਗਾ। ਸ਼ੁਰੂ ਤੋਂ ਜਦੋਂ ਵੀ ਇਹਨਾਂ ਨੂੰ ਮੌਕਾ ਮਿਲਿਆ ਹੈਗਾ, 26 ਜਨਵਰੀ ਉਸ ਤੋਂ ਬਾਅਦ ਜੋ ਵੀ ਜਿਸ ਟਾਈਮ ਦੇ ਉੱਤੇ ਹੋਇਆ ਹੈਗਾ, ਇਹਨਾਂ ਨੇ ਇਸ ਆਰਗੇਨਾਈਜੇਸ਼ਨ ਦੇ ਵਿੱਚ, ਸਪੈਸ਼ਲੀ ਇਸ ਐਜੀਟੇਸ਼ਨ ਦੇ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰੀ ਹੈਗੀ ਹੈ। ਕੋਈ ਮੌਕਾ ਨਹੀਂ ਇਹਨਾਂ ਨੇ ਮਾਈ ਦੇ ਲਾਲ ਨੇ ਬਖਸ਼ਿਆ ਹੈਗਾ। ਕੈਲੀਫੋਰਨੀਆ ਦੇ ਵਿੱਚ, ਸੈਨ ਫਰਾਂਸਿਸਕੋ ਦੇ ਵਿੱਚ ਰੈਲੀ ਹੋਈ ਸੀ, 12,000 ਕਾਰਾਂ ਆਈਆਂ ਸੀਗੀਆਂ, ਉਦੋਂ ਵੀ ਇਹਨਾਂ ਨੇ ਹਾਈਜੈਕ ਕਰਨ ਦੀ ਕੋਸ਼ਿਸ਼ ਕਰੀ ਹੈਗੀ ਆ। ਵਾਸ਼ਿੰਗਟਨ ਡੀਸੀ ਦੇ ਵਿੱਚ, ਵੈਨਕੂਵਰ ਦੇ ਵਿੱਚ, ਟੋਰਾਂਟੋ ਦੇ ਵਿੱਚ, ਲੰਡਨ ਦੇ ਵਿੱਚ ਜਿਹੜੀਆਂ ਵੀ ਪ੍ਰੋ ਫਾਰਮਰ ਐਜੀਟੇਸ਼ਨ ਹੁੰਦੀਆਂ ਸੀ, ਉਹਨਾਂ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕਰੀ ਹੈਗੀ ਹੈ ਹਮੇਸ਼ਾ। ਔਰ ਹਾਈਜੈਕ ਕਰਨਾ ਹੈਗਾ ਵੀ ਮਤਲਬ ਉਹਨਾਂ ਦੇ ਪਿੱਠ ਦੇ ਵਿੱਚ ਛੁਰਾ ਮਾਰਨ ਦੀ ਕੋਸ਼ਿਸ਼ ਕਰੀ ਹੈਗੀ ਹੈ। ਜਦੋਂ ਤੁਸੀਂ ਕਿਸਾਨਾਂ ਦੇ ਪਿੱਠ ਦੇ ਛੁਰਾ ਮਾਰਦੇ ਹੈਗੇ ਹੋ ਤਾਂ ਤੁਸੀਂ ਉਹਦਾ ਜਿਹੜਾ ਕ੍ਰੈਡਿਟ ਜਾਂਦਾ ਹੈਗਾ, ਉਹ ਕਿਸੇ ਦੂਜੀ ਧਿਰ ਨੂੰ ਉਹਦਾ ਫਾਇਦਾ ਹੁੰਦਾ ਹੈਗਾ। ਏਜੰਸੀਆਂ ਨੂੰ ਫਾਇਦਾ ਹੁੰਦਾ ਹੈ ਜਾਂ ਸਰਕਾਰਾਂ ਨੂੰ ਫਾਇਦਾ ਹੁੰਦਾ ਹੈਗਾ। ਉਹ ਮੈਂ ਤੁਹਾਡੇ ਤੇ ਛੱਡ ਦੇਣਾ ਹੈਗਾ, ਤੁਸੀਂ ਸਮਝਦਾਰ ਹੈਗੇ ਹੋ, ਆਪੇ ਹਿਸਾਬ ਲਾ ਲਓਗੇ। ਜਦੋਂ ਵੀ ਇਹਨਾਂ ਦੇ ਕੋਲੇ ਮੌਕਾ ਮਿਲਦਾ ਹੈ, ਹਾਂ ਅਸੀਂ ਉਹਨੂੰ ਝੰਡਾ ਨਹੀਂ ਚਾੜਨ ਦੇਣਾ ਹੈਗਾ ਜੀ, ਅਸੀਂ ਝੰਡਾ ਚਾੜਾਂਗੇ ਖਾਲਿਸਤਾਨ ਦਾ, ਅਸੀਂ ਫਲਾਣੇ ਮੁੱਖ ਮੰਤਰੀ ਨੂੰ, ਪੰਜਾਬ ਦੇ ਨੂੰ, ਹਰਿਆਣੇ ਦੇ ਨੂੰ, ਯੂਪੀ ਦੇ ਨੂੰ, ਉਹਨੂੰ ਨਹੀਂ ਝੰਡਾ ਨਹੀਂ ਚਾੜਨ ਦੇਣਾ ਹੈਗਾ। 15 ਅਗਸਤ ਨੂੰ ਅਸੀਂ ਇੰਨੇ ਪੈਸੇ ਦੇ ਦਾਂਗੇ, ਤੁਸੀਂ ਜਾਓ ਜੀ ਖਾਲਿਸਤਾਨ ਦਾ ਝੰਡਾ ਚਾੜ ਦਿਓ ਹੈਗਾ। ਉੱਥੇ ਮੋਗੇ ਦੇ ਉੱਥੇ ਪਿੰਡਾਂ ਦੇ, ਮੋਗੇ ਦੇ ਪਿੰਡ ਨਾਲ ਪਿੰਡ ਹੈਗਾ ਬੌਲੀ ਪਿੰਡ ਦੇ, ਉੱਥੇ ਜਵਾਕਾਂ ਨੂੰ ਤੁਸੀਂ ਉਹ ਕਰਕੇ, ਨੌਜਵਾਨ ਮੁੰਡਿਆਂ ਨੂੰ ਗੁੰਮਰਾਹ ਕਰਕੇ ਉਹਨਾਂ ਤੋਂ ਝੰਡਾ ਚੜਵਾ ਦਿੱਤਾ ਹੈਗਾ। ਉਹ ਵਿਚਾਰੇ ਨਾਭੇ ਜੇਲ੍ਹ 'ਚ ਬੈਠੇ ਹੈਗੇ ਨੇ। ਮੈਂ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਇਆ ਹੈਗਾ, ਉਹਦੀ ਇੰਟਰਵਿਊ ਮੈਂ ਕਰਕੇ ਆਇਆ ਹੈਗਾ, ਇਹ ਚੈਨਲ ਤੇ ਪਈ ਹੈਗੀ ਹੈ। ਵੀ ਕਿਉਂ ਤੁਸੀਂ ਲੋਕਾਂ ਦੀ ਬਰਬਾਦੀ ਤੇ ਉਤਰੇ ਹੋਏ ਆ। ਹੁਣ ਤੁਸੀਂ ਕਹਿੰਦੇ ਹਾਂ ਜਿਹੜਾ ਅਨਫੋਰਚੂਨੇਟ ਇਨਸੀਡੈਂਟ ਜਿਹੜਾ ਹੋਇਆ ਹੈਗਾ ਯੂਪੀ ਦੇ ਵਿੱਚ, ਉਹਦੇ ਵਿੱਚ ਵੀ ਹਾਂ ਮੈਂ ਉਹਨਾਂ ਨੂੰ ਇੰਨੇ ਪੈਸੇ ਦੇਵਾਂਗਾ ਹੈਗਾ। ਇੱਥੇ ਕਹੀ ਜਾ ਰਹੇ ਹੈਗੇ ਹੋ ਆ ਜਿਹੜਾ ਅਸੀਂ ਮਿਲੀਅਨਸ ਆਫ ਡਾਲਰ ਦੇ ਦੇਣਾ ਹੈਗਾ ਪੰਜਾਬ ਦੇ ਫਾਰਮਰ ਨੂੰ। ਜਿਹੜੀ ਉੱਥੇ ਮੂਵਮੈਂਟ ਚੱਲ ਰਹੀ ਹੈਗੀ ਹੈ ਕਿਸਾਨਾਂ ਦੀ, ਵੀ ਥੋੜੀ ਮੋਟੀ ਬੰਦੇ ਨੂੰ ਸਿਆਣਪ ਤੋਂ ਕੰਮ ਲਈਦਾ। ਇਹ ਛੁਤਰੀਆਂ ਜਿਹੜੀਆਂ ਹੈਗੀਆਂ ਨੇ, ਇਹਨੂੰ ਇਹ ਛੱਡਣੀਆਂ ਪੈਣਗੀਆਂ ਹੈਗੀਆਂ
ਕਿਉਂਕਿ ਮੈਨੂੰ ਇਸ ਚੀਜ਼ ਦਾ ਤਾਂ ਡਰ ਲੱਗਦਾ ਹੈਗਾ ਹੈ। ਔਰ ਕੋਈ ਵੀ ਕਿਸਾਨ ਲੀਡਰਸ਼ਿਪ ਦੇ ਵਿੱਚੋਂ ਕੋਈ ਵੀ ਬੰਦਾ ਤੁਹਾਡੇ ਹੱਕ 'ਚ ਨਹੀਂ ਹੈਗਾ, ਔਰ ਤੁਹਾਡਾ ਨਾਂ ਸੁਣ ਕੇ ਰਾਜੀ ਨਹੀਂ ਹੈਗੇ। ਔਰ ਮੈਂ ਉਸ ਮੂਵਮੈਂਟ ਦੇ ਵਿੱਚ ਮੈਂ ਉਸ ਚੀਜ਼ ਦਾ ਗਵਾਹ, ਮੈਂ ਉੱਥੇ ਜਾ ਕੇ ਰਹਿ ਕੇ ਆਇਆ। ਮੈਂ 2-2 ਮਹੀਨੇ ਨਵੰਬਰ, ਦਸੰਬਰ ਦੇ ਵਿੱਚ, ਮਾਰਚ, ਅਪ੍ਰੈਲ ਦੇ ਵਿੱਚ ਮੈਂ ਗਿਆ, ਲੋਕਾਂ ਨੂੰ ਮਿਲਿਆ ਹੈਗਾ, ਲੀਡਰਾਂ ਨੂੰ ਮਿਲਿਆ ਹੈਗਾ, ਉਹਨਾਂ ਦੇ ਨਾਲ ਮੁਲਾਕਾਤਾਂ ਕਰੀਆਂ ਹੈਗੀਆਂ ਨੇ, ਔਰ ਕਿਸਾਨ ਲੀਡਰਸ਼ਿਪ ਨੂੰ ਵੀ ਮਿਲਿਆ ਹੈਗਾ, ਔਰ ਬੈਠ ਕੇ ਗੱਲਾਂ ਹੋਈਆਂ ਹੈਗੀਆਂ ਨੇ। ਔਰ ਈਵਨ ਕਿ ਜਿਹੜੇ ਉਸ ਆਪਣੇ ਮੰਤਰੀ ਹੈਗੇ ਸੀਗੇ, ਐਗਰੀਕਲਚਰ ਮਿਨਿਸਟਰ ਤੋਮਰ ਸਾਹਿਬ ਨੇ, ਉਹਨਾਂ ਦੇ ਨਾਲ ਮੇਰੀ ਮੀਟਿੰਗ ਹੋਈ ਹੈਗੀ ਹੈ। ਉਹਨਾਂ ਦੇ ਨਾਲ ਵੀ ਮੈਂ ਬੈਠ ਕੇ ਗੱਲ ਕਰੀ ਹੈਗੀ ਹੈ। ਮੈਂ ਇੰਟਰਵਿਊ ਦੇ ਵਿੱਚ ਗੱਲ ਕਰੀ ਹੈ, ਇੰਟਰਵਿਊ ਦੇ ਵਿੱਚ ਡੀਟੇਲ ਵਿੱਚ ਗੱਲ ਕਰੀ ਹੈਗੀ ਹੈ। ਵੀ ਹੈਵ ਡਨ ਆਵਰ ਬੈਸਟ ਐਂਡ ਵੀ ਆਰ ਗੋਇੰਗ ਟੂ ਡੂ ਆਵਰ ਬੈਸਟ, ਤਾਂ ਜੋ ਕਿਸੇ ਨਾ ਕਿਸ ਤਰ੍ਹਾਂ ਡਾਇਲੌਗ ਦੇ ਥਰੂ ਚੰਗਾ ਕੋਈ ਇਸ ਚੀਜ਼ ਦਾ ਨਤੀਜਾ ਨਿਕਲੇ ਹੈਗੇ, ਐਜੀਟੇਸ਼ਨ ਖਤਮ ਹੋਵੇ ਪੋਜ਼ਿਟਿਵ ਨੋਟ ਦੇ ਉੱਤੇ। ਪਰ ਤੁਸੀਂ ਫੇਰ ਹੁਣ ਮੈਨੂੰ ਜਿਹੜਾ ਸਭ ਤੋਂ ਵੱਡਾ ਡਰ ਲੱਗਦਾ ਹੈਗਾ ਹੈ, ਇਹ ਮੈਂ ਅੱਜ ਕਿਉਂ ਬੋਲ ਰਿਹਾ ਹੈਗਾ ਇਸ ਚੀਜ਼ ਦੇ ਉੱਤੇ, ਕਿਉਂ ਮੈਨੂੰ ਬੋਲਣ ਦੀ ਜ਼ਰੂਰਤ ਪੈਗੀ, ਅੱਜ ਕਿਉਂ ਬੋਲ ਰਿਹਾ ਹੈਗਾ, ਕਿਉਂਕਿ ਤੁਸੀਂ ਹੁਣ ਇੱਕ ਨਵੀਂ ਜਿਹੜੀ ਛੁਤਰੀ ਛੱਡ ਰਹੇ ਹੈਗੇ ਹੋ। ਤੁਸੀਂ 4-5 ਸਾਲ ਤੋਂ ਇਹਦੀ ਤੁਹਾਡੀ ਦੁਕਾਨਦਾਰੀ ਚਲਾਉਂਦੇ ਹੈਗੇ ਸੀ 2020 ਦੀ, ਉਹ 20 ਨਿਕਲ ਗਿਆ ਹੈਗਾ, 21 ਵੀ ਨਿਕਲਣ ਵਾਲਾ ਹੋ ਗਿਆ ਹੈਗਾ। ਔਰ ਜਦੋਂ ਕਿ ਅਮਰੀਕਾ ਦੇ ਵਿੱਚ ਵੀ ਸਰਕਾਰਾਂ ਬਦਲ ਗਈਆਂ ਹੈਗੀਆਂ, ਪੰਜਾਬ ਦੇ ਵਿੱਚ ਵੀ, ਇੰਡੀਆ ਦੇ ਵਿੱਚ ਵੀ, ਬਾਕੀ ਮੁਲਕਾਂ ਦੇ ਵਿੱਚ ਇੰਨੀਆਂ ਇਲੈਕਸ਼ਨਾਂ ਹੋ ਗਈਆਂ, ਪਰ ਤੁਹਾਡਾ 2020 ਦਾ ਕੁਛ ਨਹੀਂ ਹੋਇਆ। ਉਹ ਕਿਉਂ ਨਹੀਂ ਹੋਇਆ ਹੈਗਾ? ਉਹ ਤੁਹਾਨੂੰ ਪਤਾ ਹੈਗਾ, ਲੋਕਾਂ ਨੂੰ ਵੀ ਪਤਾ ਹੈਗਾ, ਸ਼ਾਇਦ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਉਹਨਾਂ ਦੀ ਨੌਲੇਜ ਥੋੜਾ ਜਿਹਾ ਵਾਧਾ ਕਰਦੇ ਹੈਗੇ ਆ, ਵੀ ਪੰਨੂ ਸਾਹਿਬ ਦੇ ਜਿਹੜਾ 2020 ਦਾ ਰੈਫਰੈਂਡਮ ਕਰਾਉਣਾ ਹੈਗਾ ਸੀ, ਉਹਦੀਆਂ 927 ਵੋਟਾਂ ਬਣੀਆਂ ਨੇ ਟੋਟਲ ਅਮਰੀਕਾ ਦੇ ਵਿੱਚ। ਔਰ ਇਹ ਕਹਿਣਗੇ ਨਹੀਂ ਜੀ ਸਾਡੀਆਂ ਤਾਂ ਬਹੁਤ ਬਣੀਆਂ ਹੈਗੀਆਂ ਨੇ, ਵੀ ਤੁਸੀਂ ਜਾਓ ਪਬਲਿਕ ਦੇ ਵਿੱਚ ਕਰ ਦਿਓ, ਉਹਨੂੰ ਰੱਖ ਦਿਓ। ਤੁਸੀਂ ਸੁੱਖੀ ਚਹਿਲ ਨੂੰ ਨਾ ਦਿਖਾਓ ਹੈਗੇ ਵੀ ਹਾਂ ਵੀ ਸੁੱਖੀ ਚਹਿਲ ਤੋਂ ਇਹਨਾਂ ਨੂੰ ਡਰ ਲੱਗਦਾ ਹੈਗਾ ਵੀ ਪਤਾ ਨਹੀਂ ਕਿੱਥੇ ਉੱਥੇ ਇਹਦੇ ਪਿੱਛੇ ਏਜੰਸੀਆਂ ਹੈਗੀਆਂ ਨੇ, ਜਾਂ ਇਹਦੇ ਪਿੱਛੇ ਇੰਡੀਆ ਦੀ ਗਵਰਨਮੈਂਟ ਹੈ, ਜਾਂ ਇਹਦੇ ਪਿੱਛੇ ਇਜ਼ਰਾਈਲ ਦੀ ਵੀ ਹੈਗੀ ਹੈ, ਇਹਦੇ ਪਿੱਛੇ ਅਮਰੀਕਾ ਦੀ ਵੀ ਹੈਗੀ ਹੈ। ਆ ਦੇਖ ਲਓ ਤੁਸੀਂ, ਲੋਕਾਂ ਨੂੰ ਦੱਸ ਦਿਓ। ਲੋਕਾਂ ਦੇ ਲਈ ਖਾਲਿਸਤਾਨ ਬਣਾਉਣੇ ਹੈਗੇ ਨਾ, ਲੋਕਾਂ ਤੋਂ ਕਿਉਂ ਛੁਪਾਉਣੇ ਹੈਗੇ ਹੋ ਵੀ ਤੁਹਾਡੀ ਕਿੰਨੀ ਕੁ ਸਪੋਰਟ ਹੈਗੀ ਹੈ। ਗੁੰਡਾਗਰਦੀ ਤੋਂ ਸਿਵਾ ਤੁਹਾਡੇ ਪੱਲੇ ਹੈ ਕੀ ਹੈ? ਤੁਹਾਡੀਆਂ ਇੱਥੇ ਵੋਟਾਂ ਨਹੀਂ ਬਣੀਆਂ, ਹਾਂ ਹੁਣ ਨਵੀਂ ਛੁਤਰੀ ਛੱਡ ਦਿੱਤੀ ਹੈਗੀ, ਕਹਿੰਦੇ ਜੀ ਅਸੀਂ ਲੰਡਨ ਤੋਂ ਵੋਟਾਂ ਬਣਾਵਾਂਗੇ ਹੈਗੇ, ਲੰਡਨ ਤੋਂ ਸ਼ੁਰੂ ਕਰਨਾ ਹੈਗਾ। ਆ ਜਿਹੜੇ ਮੈਂ ਅੱਜ ਦੇ ਟੌਪਿਕ ਤੇ ਆ ਜਾਣਾ, ਆ ਦੇਖ ਲਓ ਜੀ, ਕੁਈਨ ਐਲਿਜ਼ਾਬੈਥ ਸੈਂਟਰ ਦੇ ਸਾਹਮਣੇ ਸਾਰੇ ਜਿਹੜੇ ਹੈਗੇ ਨੇ ਮਹਾਂਪੁਰਸ਼ ਖੜੇ ਹੈਗੇ ਨੇ। ਭਾਈ ਪੰਨੂ ਸਾਹਿਬ ਜੀ ਉੱਥੇ ਜਿਹੜੇ ਹਿਸਾਬ ਨਾਲ ਇਹ ਕਹਿੰਦੇ ਹੈਗੇ ਨੇ ਨਾ, ਕਿ ਇਹਨਾਂ ਦਾ ਅੰਦਾਜ਼ਾ ਹੁੰਦਾ ਹੈਗਾ, ਅੰਦਾਜ਼ੇ ਬਿਆਨ ਵੀ ਉਹ ਘੰਡੀ ਤੋਂ ਫੜ ਲਓ, ਉਹ ਏਦਾਂ ਕਰ ਦੋ, ਬਾਹ ਕਰ ਦੋ। ਕਈ ਵਾਰੀ ਹੁੰਦਾ ਹੈਗਾ ਵੀ ਪਰੇਸ਼ਾਨੀ ਹੋ ਜਾਂਦੀ ਵੀ ਇਹ ਬੰਦੇ ਨੂੰ ਕੀ ਹੋ ਗਿਆ ਹੈਗਾ, ਕਿਹਾ ਜਾ ਹੁੰਦਾ ਸੀ, ਕਿੰਨਾ ਚੰਗਾ ਹੁੰਦਾ ਹੈਗਾ ਸੀਗਾ, ਕੀ ਹੋ ਗਿਆ ਹੈਗਾ, ਪਤਾ ਨਹੀਂ ਕੀ ਖਾਂਦਾ ਹੈ, ਕੀ ਪੀਂਦਾ ਹੈ, ਬਾਹਲੀ એનર્ਜੀ ਹੈ, ਛਾਲਾਂ ਮਾਰ ਕੇ ਐਂ ਕਰ ਦੂੰ, ਵਾਹ ਕਰ ਦੂੰ, ਐਂ ਕਰ ਦੋ, ਵਾਹ ਕਰ ਦੋ, ਜਿਵੇਂ ਅਗਲਾ ਕੋਈ ਬੰਦਾ ਵਿਹਲਾ ਬੈਠਾ ਹੁੰਦਾ ਹੈਗਾ, ਉਹ ਹੁੰਦਾ ਨਾ ਵੀ ਉਹ ਠੋਕੋ ਤਾਲੀ, ਉਹ ਠੋਕੋ ਤਾਲੀ। ਕਿਉਂਕਿ ਜਿਹੜੇ ਇਹੋ ਜਿਹੇ ਇਹਨਾਂ ਲੋਕਾਂ ਦਾ ਕੀ ਹੁੰਦਾ ਹੈਗਾ, ਆ ਪੰਜਾਬ ਦੇ ਵਿੱਚ ਵੀ ਜੋ ਜਿਨ੍ਹਾਂ ਦੀ ਤਾਲੀ ਵੱਜਣ ਵਾਲੀ ਹੈਗੀ ਹੈ, ਆ ਤੁਸੀਂ ਮੇਰੀ ਵੀਡੀਓ ਤੋਂ 1-2 ਦਿਨਾਂ ਬਾਅਦ ਸ਼ਾਇਦ ਤਾਲੀ ਵੱਜਣ ਵਾਲੀ ਹੈਗੀ ਹੈ, ਜਿਹੜੇ ਹਿਸਾਬ ਨਾਲ ਹਾਲਾਤ ਨਜ਼ਰ ਆ ਰਹੇ ਹੈਗੇ ਨੇ। ਔਰ ਇਹਨਾਂ ਦੀ ਵੀ ਤਾਲੀ ਵੱਜਣ ਵਾਲੀ ਹੈਗੀ ਹੈ, ਜਿਸ ਮੋੜ ਤੇ ਇਹ ਪਹੁੰਚ ਚੁੱਕੇ ਹੈਗੇ ਨੇ। ਕਿਉਂਕਿ ਰੱਬ ਦੇ ਘਰੇ ਦੇਰ ਹੈ, ਅੰਧੇਰ ਨਹੀਂ। ਕਿਸਾਨਾਂ ਦੇ ਨਾਲ ਤੁਸੀਂ ਦਗਾ ਕਰੋਗੇ ਹੈਗੇ, ਔਰ ਤੁਹਾਡੀ ਜਿਹੜੀ ਔਕਾਤ ਹੈ, ਤੁਹਾਡੀ ਜਿਹੜੀ ਕਰਤੂਤ ਹੈ, ਉਹ ਸਾਹਮਣੇ ਆ ਰਹੀ ਹੈਗੀ ਹੈ। ਤੁਸੀਂ ਸਿਰਫ ਔਰ ਸਿਰਫ ਗੁੰਡਾਗਰਦੀ ਦੇ ਸਿਰ ਦੇ ਉੱਤੇ ਇਹ ਜਿਹੜੀ ਮੂਵਮੈਂਟ ਹੈਗੀ ਸੀ, ਖਾਲਿਸਤਾਨ ਦੀ ਹਾਈਜੈਕ ਕਰੀ ਸੀ। ਬਾਬਾ ਜਰਨੈਲ ਸਿੰਘ ਭਿੰਡਰਾਂ ਦੀ ਤੁਸੀਂ ਪੋਸਟਰ ਲਗਾ ਕੇ, ਲੋਕਾਂ ਨੂੰ ਟੈਰੋਰਾਈਜ਼ ਕਰਕੇ, ਗੁਰਦੁਆਰਿਆਂ ਦੇ ਵਿੱਚ ਪੱਗਾਂ ਲਾ ਕੇ ਠੁੱਡੇ ਮਾਰ ਕੇ ਤੁਸੀਂ ਲੋਕਾਂ ਨੂੰ ਡਰਾਇਆ, ਪੱਤਰਕਾਰਾਂ ਨੂੰ ਗੁਰਦੁਆਰਿਆਂ ਦੇ ਵਿੱਚ ਕੁੱਟਿਆ ਹੈਗਾ। ਕੋਈ ਵਿਰੋਧੀ ਜਾਂ ਕੋਈ ਬੰਦਾ ਸੈਂਸੀਬਲੀ ਵੀ ਤੁਹਾਨੂੰ ਕੋਈ ਪੁੱਛ ਲਿਆ ਹੈਗੇ, ਉਹਦੇ ਤੁਸੀਂ ਗੱਲ ਨੂੰ ਪੈਂਦੇ ਹੈਗੇ। ਇਹ ਤੁਹਾਡੀ ਔਕਾਤ ਹੈ, ਤੁਹਾਡੀ ਕਰਤੂਤ ਹੈ। ਹੁਣ ਤੁਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹੈਗੇ ਹੋ, ਉਹ ਜਦੋਂ ਉੱਥੋਂ ਕੋਈ ਅਮਿਤ ਸ਼ਾਹ ਉੱਥੇ ਪਾ ਦਿੰਦਾ ਹੈਗਾ ਵੀ ਉਹਨੇ ਹਾਲੇ ਡਿਕਲੇਅਰ ਹੀ ਕਰਿਆ ਹੈਗਾ, ਤੁਹਾਨੂੰ ਕੁਛ ਨਹੀਂ ਕਿਹਾ ਹੈਗਾ ਵੀ ਹਾਂ ਇਹ ਟੈਰੋਰਿਸਟ ਹੈਗੇ ਨੇ। ਵੀ ਹਾਂ ਤੁਸੀਂ ਕਿਸੇ ਮੁਲਕ ਦੇ ਖਿਲਾਫ ਤੁਸੀਂ ਇਹੋ ਜਿਹੀ ਐਕਟੀਵਿਟੀ ਕਰੋਗੇ, ਤੋੜਨ ਦੀ ਗੱਲ ਕਰੋਗੇ, ਅਗਲਾ ਤੁਹਾਡੇ ਹਾਰ ਪਾਊਗਾ।
ਤੁਹਾਨੂੰ ਕਹੂਗਾ ਤੁਹਾਡੀ ਹਰਕਤਾਂ ਹੀ ਅੱਤਵਾਦੀਆਂ ਵਾਲੀਆਂ ਹੈਗੀਆਂ ਨੇ। ਜਦੋਂ ਤੁਸੀਂ ਇਹ ਕਹੋਗੇ ਤੋੜ ਦਿਓ, ਐਂ ਕਰ ਦਿਓ, ਵਾਹ ਕਰ ਦਿਓ ਹੈਗੋ, ਦੇ ਹੈਵ ਅ ਰਾਈਟ, ਦੇयर ਇਜ਼ ਨਥਿੰਗ ਰੋਂਗ ਵਿਦ ਦੈਟ। ਤੁਸੀਂ ਵੀ ਜਿਸ ਮੁਲਕ 'ਚ ਰਹਿੰਦੇ ਹੈਗੇ ਹੋ, ਇਸ ਮੁਲਕ ਦੀ ਵੀ ਇੱਕ ਸੋਵਰੇਨਿਟੀ ਹੈਗੀ ਹੈ, ਉਹਨਾਂ ਨੇ ਪ੍ਰੋਟੈਕਟ ਕਰਨੀ ਹੈਗੀ ਹੈ। ਇੱਥੇ ਕਰਕੇ ਦੇਖੋ, ਐਂ ਕਰ ਦਾਂਗੇ, ਐਂ ਨਹੀਂ ਕਰਨ ਦੇਣਾ, ਵੜਨ ਨਹੀਂ ਦੇਣਾ ਹੈਗਾ। ਮੈਂ ਪੰਨੂ ਸਾਹਿਬ, ਤੁਸੀਂ ਕਿੰਨੀ ਦੇਰ ਹੋ ਗਈ ਇਹ ਜਿਹੜਾ ਹੈਗਾ ਆਹ ਸਿਆਪਾ ਜਿਹਾ ਖੜਾ ਕਰਿਆ ਹੋਇਆ। ਪਹਿਲਾਂ ਕਹਿੰਦੇ ਸੀ ਅਸੀਂ 84 ਦੇ ਉਹਨਾਂ ਨੂੰ ਇਨਸਾਫ ਦਿਵਾਵਾਂਗੇ। ਤੁਸੀਂ ਤਾਂ ਕੀ, ਤੁਹਾਡੀ ਤਾਂ ਕੀ ਔਕਾਤ ਸੀ ਹੈਗੀ। ਮੋਦੀ ਸਾਹਿਬ ਨੇ ਚੰਗੀ ਸ਼ੁਰੂਆਤ ਕਰੀ ਹੈਗੀ ਸੀ। ਉਹ ਸੱਜਣ ਕੁਮਾਰ ਨੂੰ ਅੰਦਰ ਉਹ ਪਿਆ ਹੈਗਾ, ਤਿਹਾੜ ਜੇਲ੍ਹ 'ਚ ਬੈਠਾ ਹੈਗਾ, ਪਤਾ ਕਰਿਆ ਉਹ। ਔਰ ਤੁਸੀਂ ਸਿਰਫ ਤੇ ਸਿਰਫ ਚਾਦਰ ਵਿਛਾਈ, ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ। ਲੋਕਾਂ ਨੇ ਇੱਕ ਉਮੀਦ ਰੱਖੀ ਵੀ ਪਤਾ ਨਹੀਂ ਇਹ ਵਕੀਲ ਹੈ ਮੁੰਡਾ, ਪਤਾ ਨਹੀਂ ਕੀ ਇਹਨੇ ਇੱਥੇ ਬੰਝ ਕੱਢ ਦੇਣਾ ਹੈਗਾ। ਔਰ ਤੁਸੀਂ ਵੀ ਉਹੀ ਨਿਕਲੇ ਹੈਗੇ, ਜਿਵੇਂ ਪਹਿਲਾਂ ਜਿਹੜੇ ਕਹਿੰਦੇ ਹੈਗੇ ਸੀ ਮੈਂ ਖਾਲਿਸਤਾਨ ਦਾ ਪ੍ਰੈਜ਼ੀਡੈਂਟ ਹੈਗਾ, ਉਹ ਬਾਅਦ ਵਿੱਚ ਪਤਾ ਚੱਲਿਆ ਉਹ ਇੰਡੀਆ ਉੱਥੇ ਪੰਜਾਬ ਬੈਠਾ ਹੈਗਾ, ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜਾ ਕੇ। ਔਰ ਇਹ ਰਵਾਇਤ ਚੱਲੀ ਆ ਰਹੀ ਹੈਗੀ ਆ। ਸਾਡੇ ਵਰਗੇ ਜਿਹੜੇ ਅਸੀਂ ਬੋਲਦੇ ਹੈਗੇ ਅਸੀਂ ਤਾਂ ਸ਼ਰੇਆਮ ਬੋਲਦੇ ਹੈਗੇ। ਮੈਂ ਕਹਿੰਦਾ ਵੀ ਮੈਂ ਉਹਨਾਂ ਨੂੰ ਮਿਲੂੰਗਾ, ਮਿਲਦਾ ਸੀ, ਮਿਲ ਰਿਹਾ, ਔਰ ਕੱਲ ਨੂੰ ਮਿਲੂੰਗਾ। ਸਾਨੂੰ ਕੀ, ਅਸੀਂ ਇੰਡੀਆ ਜਾਵਾਂਗੇ, ਸਾਡਾ ਮੁਲਕ ਹੈ। ਕੋਈ ਉਹਨਾਂ ਦਾ ਉੱਥੇ ਲੀਡਰ ਆਊਗਾ, ਅਸੀਂ ਮਿਲਾਂਗਾ, ਮੈਂ ਮਿਲਾਂਗਾ, ਸ਼ਰੇਆਮ ਮਿਲਾਂਗਾ। ਔਰ ਤੁਹਾਡੇ ਲੋਕਾਂ ਵਾਂਗੂ ਬਿਹਾਈਂਡ ਦਾ ਸੀਨ ਨਹੀਂ ਮਿਲਾਂਗਾ। ਤੁਸੀਂ ਕੋਈ ਇਹੋ ਜਿਹਾ ਮੌਕਾ ਨਹੀਂ ਛੱਡਦੇ ਹੈਗੇ ਜਿੱਥੇ ਲੋਕਾਂ ਨੂੰ ਭਟਕਾਉਣ ਦੀ ਕੋਸ਼ਿਸ਼ ਨਹੀਂ ਕਰਦੇ ਹੈਗੇ, ਯੰਗ ਬੱਚਿਆਂ ਨੂੰ ਰੈਡੀਕਲਾਈਜ਼ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਹੈਗੇ। ਤੁਹਾਡੀ ਵਜ੍ਹਾ ਕਰਕੇ ਲੋਕੀ ਗੁਰਦੁਆਰਿਆਂ ਦੇ ਵਿੱਚ ਆਉਣੋਂ ਹਟ ਗਏ, ਗੁਰਦੁਆਰਿਆਂ 'ਚੋਂ ਅਵੋਇਡ ਕਰਦੇ ਹੈਗੇ ਨੇ ਆਉਣੋਂ। ਗੁਰਦੁਆਰਿਆਂ ਦੀ ਕਮੇਟੀਆਂ ਦੇ ਵਿੱਚ ਚੱਕਰ ਪਏ ਹੈਗੇ ਨੇ ਤੁਹਾਡੀ ਵਜ੍ਹਾ ਕਰਕੇ। ਤੁਸੀਂ ਜਾਣ ਬੁੱਝ ਕੇ ਉੱਥੇ ਜਾ ਕੇ ਇੰਟਰਫੇਅਰ ਕਰਦੇ ਹੋ। ਕਿੰਨੇ ਚੰਗੇ ਗੁਰਦੁਆਰਿਆਂ ਦੇ ਉੱਤੇ ਤੁਸੀਂ ਕਬਜ਼ੇ ਕਰੀ ਬੈਠੇ ਹੈਗੇ ਹੋ। ਇਹ ਲੋਕਾਂ ਦਾ ਚੁੱਪ ਜਿਹੜੀ ਹੈਗੀ ਹੈ ਇੱਕ ਲਿਮਿਟ ਤੱਕ ਠੀਕ ਹੋਏਗੀ, ਪਰ ਹੁਣ ਇਹ ਸਿੱਖ ਕੌਮ ਨੂੰ ਵੀ, ਸਪੈਸ਼ਲੀ ਜਿਹੜੀ ਡਾਇਸਪੋਰਾ ਦੇ ਵਿੱਚ ਬੈਠੀ ਹੈਗੀ ਹੈ, ਉਹਨੂੰ ਸੋਚਣਾ ਪਊਗਾ। ਸੁੱਖੀ ਚਹਿਲ ਦਾ ਕੀ ਹੈਗਾ, ਮੈਂ ਤਾਂ ਗੁਰਦੁਆਰੇ ਜਾਵਾਂ ਚਾਹੇ ਨਾ ਜਾਵਾਂ, ਕੋਈ ਫਰਕ ਨਹੀਂ ਪੈਂਦਾ ਹੈਗਾ। ਤੁਸੀਂ ਕਹੋ ਜੀ ਹਾਂ ਜੀ ਇਹ ਤਾਂ ਮੰਦਿਰ ਦੇ 'ਚ ਵੀ ਜਾਂਦਾ ਹੋਊਗਾ, ਹਾਂ ਜਾਵਾਂਗੇ, ਮਸਜਿਦ ਦੇ ਵਿੱਚ ਵੀ ਜਾਵਾਂਗੇ, ਮੰਦਿਰ 'ਚ ਵੀ ਜਾਵਾਂਗੇ, ਗੁਰਦੁਆਰੇ ਵੀ ਜਾਵਾਂਗੇ। ਪਰ ਜੋ ਤੁਹਾਡੀਆਂ ਕਰਤੂਤਾਂ ਨੇ, ਅਸੀਂ ਉਸ ਤਰ੍ਹਾਂ ਦੇ ਕੰਮ ਨਹੀਂ ਕਰਦੇ ਹੈਗੇ। ਉਹ ਤੁਸੀਂ ਲੰਡਨ ਦੇ ਵਿੱਚ ਬੈਠ ਕੇ ਤੁਸੀਂ ਉੱਥੇ ਰੈਫਰੈਂਡਮ ਦਾ ਉਹ ਆਪਣਾ ਉਹ ਲਾ ਲਿਆ, ਅੱਡਾ ਬਣਾ ਲਿਆ ਹੈਗਾ ਜੀ। ਹਾਂ, ਇਸ ਦੇ ਵਿੱਚ ਜਿਹੜਾ ਕੀ ਹੈਗਾ ਕੁਈਨ ਐਲਿਜ਼ਾਬੈਥ ਸੈਂਟਰ, ਹਾਂਜੀ, ਇੱਥੋਂ ਉਹ ਤੁਹਾਡਾ ਹੁਣ ਬਸ ਜੀ ਇਹ ਰੈਫਰੈਂਡਮ ਦਾ ਬਸ ਹੁਣ ਹੋ ਜਾਣਾ ਹੈਗਾ, ਤੁਹਾਡਾ ਮੁਲਕ ਹੋ ਜਾਣਾ ਹੈਗਾ। ਉਹ ਭਲੇ ਲੋਕੋ, ਜੇ ਜਾਣਾ ਤੁਸੀਂ ਪੰਜਾਬ ਦੇ ਵਿੱਚ ਜਾਓ, ਕੋਈ ਗੱਲ ਨਹੀਂ, ਲੋਕਾਂ ਤੇ ਕੇਸ ਹੁੰਦੇ ਹੈਗੇ ਨੇ, ਫਾਂਸੀਆਂ ਹੋ ਗਈਆਂ ਹੈਗੀਆਂ, ਬੜੀਆਂ ਕੁਰਬਾਨੀਆਂ ਦਿੱਤੀਆਂ ਹੈਗੀਆਂ ਨੇ। ਤੁਸੀਂ ਕੋਸ਼ਿਸ਼ ਕਰੋ, ਇੰਨੀ ਵੀ ਅੰਧੇਰ ਨਹੀਂ ਹੈਗਾ। ਮੈਂ ਤੁਹਾਡੇ ਨਾਲ ਚੱਲੂਗਾ, ਵੀਜ਼ੇ ਲਵਾ ਦੂੰਗਾ। ਜਾਓ ਉੱਥੇ ਪੰਜਾਬ ਦੇ ਵਿੱਚ ਬਣਾਓ ਇਸ ਚੀਜ਼ ਦਾ ਸੈਂਟਰ। ਨਾਲੇ ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਥੋੜਾ ਜਿਹਾ ਪਾਰਟਿਸਿਪੇਟ ਕਰਕੇ ਪਤਾ ਚੱਲ ਜੂਗਾ ਵੀ ਤੁਹਾਡੀ ਔਕਾਤ ਕਿੰਨੀ ਕੁ ਹੈ, ਔਰ ਤੁਹਾਡੇ ਨਾਲ ਕਿੰਨੇ ਕੁ ਲੋਕੀ ਨੇ, ਔਰ ਲੋਕੀ ਤੁਹਾਡੇ ਬਾਰੇ ਕੀ ਸੋਚਦੇ ਹੈਗੇ ਨੇ। ਤੁਸੀਂ ਐਵੇਂ ਉਹਨਾਂ ਨੂੰ ਖਾਲਿਸਤਾਨ ਬਣਾ ਕੇ ਦੇਣਾ ਜੀ, ਮੈਂ ਟੁਕੜੇ ਕਰ ਦੂੰ, ਅਲੱਗ ਕਰ ਦੂੰਗਾ ਹੈਗਾ। ਕਿਉਂਕਿ ਤੁਹਾਡੀ ਜਿਹੜੀ ਮਾਨਸਿਕਤਾ ਹੈਗੀ ਉਹ ਸਮਹਾਓ ਉਹ ਪਾਕਿਸਤਾਨ ਦੀ ਜਿਹੜੀ ਉਹ ਲੋਕੀ ਬੈਠੇ ਹੈਗੇ ਨੇ ਬਰਬਾਦ ਕਰਨ ਤੇ ਲੱਗੇ ਹੋਏ ਨੇ ਸਿੱਖ ਕੌਮ ਨੂੰ, ਉਹਨਾਂ ਦੇ ਨਾਲ ਮੈਚ ਕਰਦੀ ਹੈਗੀ ਹੈ। ਫਿਰ ਜਾਓ ਉੱਥੇ ਬੈਠ ਕੇ, ਇਸ ਤੋਂ ਬੈਟਰ ਤਾਂ ਤੁਸੀਂ ਓਪਨਲੀ ਜਾ ਕੇ ਤੁਸੀਂ ਪਾਕਿਸਤਾਨ ਦੇ ਵਿੱਚ ਉਹ ਕਰ ਲਓ, ਖਾਲਿਸਤਾਨ ਦੀ ਨਿਉ ਰੱਖ ਲਓ। ਉੱਥੋਂ ਵੀ ਤਾਂ ਅੱਧਾ ਖਾਲਿਸਤਾਨ ਆਪਾਂ ਲੈਣਾ ਹੈਗਾ ਨਾ, ਅੱਧਾ ਏਰੀਆ ਉੱਧਰੋਂ ਵੀ ਆਉਣਾ ਹੈਗਾ। ਉਹਦੀ ਗੱਲ ਕਰੋ, ਉੱਥੇ ਜਾ ਕੇ ਲੜੋ ਉਹਨਾਂ ਦੇ ਨਾਲ ਵੀ ਹਾਂ ਇਹ ਸਾਡਾ ਰਾਜ ਹੁੰਦਾ ਹੈਗਾ, ਸਿੱਧਿਓ। ਕੋਈ ਵੀ ਹੋਵੇ, ਸਿੱਖ ਕੌਮ ਦੀ ਗੱਲ ਹੋਵੇ ਹੈਗੇ, ਕੋਈ ਚੰਗੀ ਗੱਲ ਹੋਵੇ, ਕੁਛ ਵੀ ਹੋਵੇ, ਫੋਰਚੂਨੇਟ ਅਨਫੋਰਚੂਨੇਟ ਵੀ ਹੋਵੇ, ਤੁਸੀਂ ਟੰਗ ਫਸਾਉਣੀ ਹੈ, ਬਿਨਾਂ ਬੁਲਾਏ ਮਹਿਮਾਨ ਉੱਤੇ ਬਣਦਾ ਹੈਗਾ। ਹੁਣ ਦੇਖੋ ਕਸ਼ਮੀਰ ਦੇ ਵਿੱਚ ਕੀ ਹੋ ਰਿਹਾ ਹੈਗਾ। ਆਪਣੀ ਲੜਕੀ ਇੱਕ ਪ੍ਰਿੰਸੀਪਲ ਸੀ ਜਿਹੜੀ, ਇੱਕ ਹਿੰਦੂ ਹੈਗਾ ਸੀਗਾ, ਉਹਨਾਂ ਨੂੰ ਸਾਰਿਆਂ ਨੂੰ ਕੱਢ ਕੇ ਟਾਰਗੇਟ ਕਿਲਿੰਗ ਕਰੀ ਹੈਗੀ ਹੈ। ਇੱਕ ਹਿੰਦੂ ਮਾਰਿਆ ਤੇ ਸਿੱਖ ਮਾਰਿਆ ਹੈਗਾ, ਹੋਰ ਕਿੰਨੇ ਉੱਥੇ ਹਿੰਦੂ ਸਿੱਖ ਮਾਰੇ ਹੈਗੇ ਨੇ ਕਸ਼ਮੀਰ ਦੇ ਵਿੱਚ। ਉਸ ਤੋਂ ਬਾਅਦ ਆਪਣੇ ਕਿੰਨੇ ਫੌਜੀ ਸ਼ਹੀਦ ਹੋਏ ਹੈਗੇ ਨੇ। ਔਰ ਤੁਹਾਡੇ, ਮੈਂ ਕਹਿਣਾ ਨਹੀਂ ਚਾਹੁੰਦਾ ਹੈਗਾ ਵੀ ਤੁਹਾਡੀ ਜ਼ੁਬਾਨ ਨੂੰ ਉਦੋਂ ਕਿਉਂ ਤਾਲਾ ਲੱਗ ਜਾਂਦਾ ਹੈਗਾ।
ਔਰ ਜਦੋਂ ਬੇਇਨਸਾਫੀ ਤੁਹਾਡੇ ਸਾਹਮਣੇ ਹੋ ਰਹੀ ਹੈਗੀ ਹੈ, ਉਂਝ ਤੁਸੀਂ ਗੱਲ ਕਰਦੇ ਹੈਗੇ ਹੋ ਜੀ ਹਾਂ ਉੱਥੇ ਹਿਊਮਨ ਰਾਈਟਸ ਦੀ ਗੱਲ ਹੋਣੀ ਚਾਹੀਦੀ ਹੈਗੀ ਹੈ, ਜਸਟਿਸ ਦੀ ਗੱਲ ਹੋਣੀ ਚਾਹੀਦੀ ਹੈਗੀ ਹੈ। ਉਹ ਵੀ ਤਾਂ ਉੱਥੇ ਉਸੇ ਖਾਲਿਸਤਾਨ ਦੇ ਵਸਿੰਦੇ ਹੋਣਗੇ ਹੈਗੇ ਨਾ, ਜਿਹੜੇ ਮਾਵਾਂ ਦੇ ਪੁੱਤ ਮਰ ਗਏ ਹੈਗੇ ਉੱਥੇ। ਉਹਨਾਂ ਬਾਰੇ ਵੀ ਕੁਝ ਥੋੜਾ ਮੋਟਾ ਬੋਲਦਾ ਕਰੋ। ਜਾਂ ਹਮੇਸ਼ਾ ਚਾਈਨਾ ਦੀ ਗੁਣ ਗਾਉਣੇ ਹੈਗੇ ਨੇ ਜਾਂ ਪਾਕਿਸਤਾਨ ਦੇ ਗੁਣ ਗਾਉਣੇ ਹੈਗੇ ਨੇ। ਔਰ ਇੱਕ ਨਵੀਂ ਛੁਤਰੀ ਜੋ ਵੀ ਕੋਈ ਲੀਡਰ ਆਵੇ ਉਹਦੇ ਪਿੱਛੇ ਪੈ ਜਾਣਾ ਹੈਗਾ ਵੀ ਹਾਂ ਆ ਲਓ ਜੀ, ਮੈਂ ਤਾਂ ਪੰਨੂ ਸਾਹਿਬ ਨੇ $100 ਮਿਲੀਅਨ ਦਾ ਕੇਸ ਕਰ ਦਿੱਤਾ ਹੈਗਾ ਤੇ ਚਲੋ ਜੀ ਹੁਣ ਤਾਂ ਉਹਨੂੰ ਅੰਦਰ ਕਰਾ ਦਾਂਗੇ ਫਲਾਣਾ। ਪੰਨੂ ਸਾਹਿਬ ਦੱਸੋ ਤਾਂ ਸਹੀ ਨਾ, ਇੱਕ ਬੰਦੇ ਇੱਕ ਐਗਜ਼ਾਮਪਲ ਮੈਨੂੰ ਦੱਸੋ, ਮੈਂ ਤੁਹਾਡੀਆਂ 15 ਐਗਜ਼ਾਮਪਲ ਦੇ ਦੂੰਗਾ ਹੈਗਾ ਵੀ ਤੁਸੀਂ ਕਿੰਨੇ ਕੁ ਪਾਣੀ 'ਚ ਹੁਣ ਤੱਕ ਤੁਹਾਡਾ ਪਰਦਾ ਪਿਆ ਸੀ। ਲੋਕੀ ਕਹਿੰਦੇ ਹੈਗੇ ਸੀ ਵੀ ਚਲੋ ਅਸੀਂ ਨੇ ਕੀ ਲੈਣਾ ਹੈਗਾ, ਹੁਣ ਉਹ ਪਰਦੇ ਜਿਹੜੇ ਨਾ ਖੁੱਲ ਰਹੇ ਹੈਗੇ ਨੇ। ਉਹਦੇ ਘਰੇ ਦੇਰ ਹੈ ਅੰਧੇਰ ਨਹੀਂ। ਅੱਜ ਤੱਕ ਅਸੀਂ ਕਹਿੰਦੇ ਹੁੰਦੇ ਸੀ ਤੁਹਾਡੀ ਕ੍ਰੈਡੀਬਿਲਿਟੀ ਤੇ ਕੁਐਸਚਨ ਕਰਦੇ ਹੈਗੇ ਸੀਗੇ, ਤੁਹਾਡੇ ਆਰਗੇਨਾਈਜੇਸ਼ਨ ਦੇ ਕੁਝ ਬੰਦਿਆਂ ਦੀ ਕ੍ਰੈਡੀਬਿਲਿਟੀ ਦੇ ਉੱਤੇ ਕਰਦੇ ਹੁੰਦੇ ਸੀ ਜਿਹੜੇ ਬਹੁਤ। ਹੁਣ ਉਹਨਾਂ ਦੇ ਕਰੈਕਟਰ ਦੇ ਉੱਤੇ ਵੀ ਕੁਐਸਚਨ ਹੋਣਾ ਸ਼ੁਰੂ ਹੋ ਗਿਆ ਹੈਗਾ। ਪੰਨੂ ਸਾਹਿਬ ਬੋਲੋ, ਤੁਹਾਨੂੰ ਬੋਲਣਾ ਚਾਹੀਦਾ ਹੈਗਾ। ਤੁਸੀਂ ਲੀਡਰ ਹੈਗੇ ਹੋ, ਉਹ ਤੁਹਾਡੇ ਨਾਲ ਕੰਮ ਕਰਦੇ ਹੈਗੇ ਨੇ, ਉਹ ਤੁਹਾਡੇ ਨਾਲ ਨਜ਼ਰ ਆਉਂਦੇ ਹੈਗੇ ਨੇ। ਉਹਨਾਂ ਲੋਕਾਂ ਦੇ ਕਰੈਕਟਰ ਦੇ ਉੱਤੇ ਕੁਐਸਚਨ ਖੜਾ ਹੋਇਆ ਹੈਗਾ। ਬਿਆਨ ਦਿਓ, ਬੋਲੋ। ਸਿਰਫ ਇਸ ਕਰਕੇ ਹਾਂਜੀ ਏਜੰਸੀਆਂ ਨੇ ਕਰਾ ਦਿੱਤਾ ਹੈਗਾ, ਸ਼ਾਇਦ ਇਹ ਇਸ ਚੀਜ਼ ਦਾ ਸੋਲੂਸ਼ਨ ਨਹੀਂ ਹੈਗਾ। ਤੁਹਾਨੂੰ ਜਸਟੀਫਾਈ ਕਰਨਾ ਚਾਹੀਦਾ ਹੈ, ਕਿਉਂਕਿ ਤੁਹਾਡੀ ਆਰਗੇਨਾਈਜੇਸ਼ਨ ਦੇ ਬੰਦੇ ਹੈਗੇ ਨੇ, ਉਹਨਾਂ ਤੇ ਬੜੇ ਹੀ ਨਾਜ਼ੁਕ ਔਰ ਬੜੇ ਸੀਰੀਅਸ ਐਲੀਗੇਸ਼ਨ ਲੱਗ ਰਹੇ ਹੈਗੇ ਨੇ। ਔਰ ਜਿੱਥੇ ਧੂਆਂ ਨਿਕਲਦਾ ਹੈ ਉਹਦੇ ਥੱਲੇ ਨਾ ਕੁਛ ਅੱਗ ਸੁਲਗਦੀ ਹੁੰਦੀ ਹੈਗੀ ਆ ਪੰਨੂ ਸਾਹਿਬ। ਔਰ ਮੈਂ ਬੇਨਤੀ ਕਰੂੰਗਾ, ਤੁਸੀਂ ਪੰਨੂ ਸਾਹਿਬ ਤੁਹਾਡੇ 'ਚ ਖੁਦ ਨਹੀਂ ਹਿੰਮਤ ਹੈਗੀ। ਕੁਝ ਲੋਕੀ ਤੁਹਾਡੇ ਆਰਗੇਨਾਈਜੇਸ਼ਨ ਦੇ ਵਿੱਚ ਤੁਹਾਡੇ ਤੇ ਵੀ ਹੈਵੀ ਹੋਏ ਹੈਗੇ ਨੇ, ਕਿਉਂਕਿ ਉਹਨਾਂ ਨੂੰ ਤੁਹਾਡੀਆਂ ਕਮਜ਼ੋਰੀਆਂ ਪਤਾ ਹੈਗੀਆਂ ਨੇ। ਔਰ ਮੈਂ ਚਾਹੁੰਦਾ ਵੀ ਤੁਸੀਂ ਇਸ ਚੀਜ਼ ਦੇ ਉੱਤੇ, ਅੱਜ ਤੱਕ ਤੁਹਾਡੀ ਕ੍ਰੈਡੀਬਿਲਿਟੀ ਦੇ ਉੱਤੇ ਕੁਐਸਚਨ ਹੁੰਦਾ ਸੀ, ਹੁਣ ਤੁਹਾਡੇ ਲੋਕਾਂ ਦੇ ਕਰੈਕਟਰ ਦੇ ਉੱਤੇ ਵੀ ਕੁਐਸਚਨ ਹੋ ਗਿਆ। ਔਰ ਜਿਹੜੇ ਲੋਕਾਂ ਦੇ ਕਰੈਕਟਰ ਤੇ ਕੁਐਸਚਨ ਹੁੰਦਾ ਹੈਗਾ, ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਉਹਨਾਂ ਲੋਕਾਂ ਨੂੰ ਗੁਰੂ ਘਰਾਂ ਤੋਂ ਔਰ ਗੁਰੂ ਘਰਾਂ ਦੀਆਂ ਸਟੇਜਾਂ ਤੋਂ ਦੂਰ ਰੱਖੋ। ਜਿਹੜਾ ਲੋਕੀ ਕਰੈਕਟਰਲੈਸ ਹੋਣ, ਉਹਨਾਂ ਨੂੰ ਕਿਸੇ ਨੂੰ ਅਧਿਕਾਰ ਨਹੀਂ ਹੈਗਾ ਗੁਰੂ ਘਰ ਦੀ ਸਟੇਜ ਦੇ ਉੱਤੇ ਜਾ ਕੇ ਵੱਡੀਆਂ ਵੱਡੀਆਂ ਲੋਕਾਂ ਨੂੰ ਸਿੱਖੀ ਬਾਰੇ ਗੱਲਾਂ ਕਰੇ। ਇਹ ਮੇਰੀ ਤੁਹਾਨੂੰ ਬੇਨਤੀ ਹੈ। ਔਰ ਇਸ ਤੋਂ ਜ਼ਿਆਦਾ ਡਿਟੇਲ ਚਾਹੀਦੀ ਹੋਏਗੀ, ਸੁੱਖੀ ਚਹਿਲ ਦਾ ਨੰਬਰ ਤੁਹਾਡੇ ਕੋਲ ਹੈ। ਪਰ ਮੇਰੀ ਫਿਲਹਾਲ ਇੰਨੀ ਕੀ ਬੇਨਤੀ ਕਰਨਾ, ਅੱਜ ਦੇ ਮੈਂ ਟੌਪਿਕ ਦੇ ਉੱਤੇ ਹੋਰ ਵੀ ਬਹੁਤ ਡਿਟੇਲ ਦੇ ਵਿੱਚ ਜਾਣਾ ਹੈਗਾ ਸੀਗਾ। ਕਿਸਾਨਾਂ ਦਾ ਮੂਵਮੈਂਟ ਜਿਹੜੀ ਹੈਗੀ ਹੈ, ਕਿਸਾਨਾਂ ਦੀ ਐਜੀਟੇਸ਼ਨ ਹੈਗੀ ਹੈ, ਕਿਸਾਨਾਂ ਦੇ ਨਾਲ ਲੱਖਾਂ ਲੋਕੀ ਲੱਗੇ ਹੋਏ ਹੈਗੇ ਨੇ ਦੁਨੀਆ ਭਰ ਦੇ ਵਿੱਚ। ਇਹਨੂੰ ਬਖਸ਼ ਦਿਓ, ਤੁਹਾਡੀ ਜ਼ਰੂਰਤ ਨਹੀਂ ਹੈਗੀ ਇਹਦੇ ਵਿੱਚ। ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ, ਜਿੱਥੇ ਕਹੋਗੇ ਮੈਨੂੰ ਬੁਲਾ ਲਓ, ਮੈਂ ਇਕੱਲਾ ਆਊਂਗਾ। ਮੈਨੂੰ ਧਮਕੀ ਦੇ ਲਓ, ਮੈਨੂੰ ਕੁੱਟ ਲਓ, ਮੈਨੂੰ ਮਾਰ ਲਓ, ਪਰ ਕਿਸਾਨਾਂ ਦੇ ਮਾਮਲੇ ਦੇ ਵਿੱਚ ਪਲੀਜ਼ ਇੰਟਰਫੀਅਰ ਨਾ ਕਰੋ। ਔਰ ਤੁਹਾਡੀ ਇੰਟਰਫੀਅਰੈਂਸ ਜੇ ਇੱਥੇ ਨਾ ਰੁਕੀ, ਪੰਨੂ ਸਾਹਿਬ ਸੁੱਖੀ ਚਹਿਲ ਨੂੰ ਵੀ ਸੱਪਾਂ ਦੀਆਂ ਖੁੱਡਾਂ ਦੇ ਵਿੱਚ ਹੱਥ ਪਾਉਣ ਦੀ ਆਦਤ ਹੈ। ਤੁਹਾਨੂੰ ਇਸ਼ਾਰਾ ਬਹੁਤ ਹੈ, ਤੁਸੀਂ ਸਿਆਣੇ ਹੋ, ਵਕੀਲ ਹੋ। ਇਸ ਕਰਕੇ ਇਸ ਚੀਜ਼ ਨੂੰ ਇਸ ਤੋਂ ਜ਼ਿਆਦਾ ਜੇਕਰ ਕਿਸਾਨਾਂ ਦੀ ਨੁਕਸਾਨ ਕਰਨ ਦੀ ਕੋਸ਼ਿਸ਼ ਕਰੀ ਗਈ ਹੈਗੀ, ਫਿਰ ਅਨਫੋਰਚੂਨੇਟਲੀ ਸਾਨੂੰ ਇਹੋ ਜਿਹੇ ਸਟੈਪ ਲੈਣੇ ਪੈਣਗੇ ਜਿਹੜੇ ਕਿ ਤੁਸੀਂ ਵੀ ਰਿਗਰੈਟ ਕਰੋਗੇ।
ਔਰ ਸਾਨੂੰ ਵੀ ਬਹੁਤ ਬੁਰੇ ਲੱਗਣਗੇ ਹੈਗੇ ਵੀ ਨਹੀਂ। ਕਿਸੇ ਨੂੰ ਧਮਕੀ ਦੇਣ ਦਾ ਮੇਰਾ ਕੋਈ ਮਤਲਬ ਨਹੀਂ। ਮੈਂ ਕਿਸੇ ਨੂੰ ਡਰਾ ਨਹੀਂ ਰਿਹਾ ਹੈਗਾ ਔਰ ਮੈਂ ਡਰਨ ਵਾਲਾ ਬੰਦਾ, ਔਰ ਤੁਸੀਂ ਲੋਕਾਂ ਨੇ ਬਹੁਤ ਡਰਾ ਕੇ ਦੇਖ ਲਿਆ, ਗਾਲਾਂ ਵੀ ਕੱਢ ਕੇ ਦੇਖ ਲਈ ਹੈਗੀਆਂ, ਧਮਕਾ ਕੇ ਦੇਖ ਲਿਆ। ਪਰ ਜਿੱਥੇ ਆਰਗੇਨਾਈਜੇਸ਼ਨ ਦੇ ਕੁਝ ਬੰਦਿਆਂ ਦੇ ਕਰੈਕਟਰ ਦੀ ਗੱਲ ਆ ਜੇ ਔਰ ਉਹਨਾਂ ਲੋਕਾਂ ਦੇ ਕਰੈਕਟਰ ਦੀ ਵਜ੍ਹਾ ਕਰਕੇ ਆਪਣੀਆਂ ਧੀਆਂ ਭੈਣਾਂ ਦੇ ਉੱਤੇ ਵੀ ਕੁਐਸਚਨ ਮਾਰਕ ਖੜੇ ਹੋ ਜਾਣ, ਉਹਨਾਂ ਦੀ ਇੱਜ਼ਤ ਦੇ ਉੱਤੇ ਖੜੇ ਹੋ ਜਾਣ ਕੁਐਸਚਨ ਮਾਰਕ, ਉਹ ਕੋਈ ਬਾਹਰਲਾ ਬੰਦਾ ਆ ਕੇ ਗੱਲ ਨਹੀਂ ਕਰੂਗਾ। ਜੇ ਥੋੜੀ ਮੋਟੀ ਤੁਹਾਡੇ ਤੇ ਸ਼ਰਮ ਹੁੰਦੀ ਹੈਗੀ, ਮਰਦਾਂ ਵਾਲੀ ਗੱਲ ਹੁੰਦੀ, ਤੁਸੀਂ ਆ ਕੇ ਜਸਟੀਫਾਈ ਕਰਦੇ ਵੀ ਨਹੀਂ। ਸਿਰਫ ਇਹ ਕਹਿ ਦੇਣਾ ਵੀ ਏਜੰਸੀਆਂ ਕਰਵਾਉਂਦੀਆਂ ਹੈਗੀਆਂ ਨੇ, ਪੱਲਾ ਨਾ ਝਾੜੋ, ਪਰਮਾਤਮਾ ਦੇਖਦਾ ਹੈ। ਦੁਨੀਆ ਦੇ ਵਿੱਚ ਬਹੁਤ ਚੰਗੇ ਲੋਕੀ ਬੈਠੇ ਨੇ, ਉਹਨਾਂ ਦੀ ਮਜਬੂਰੀ ਆ, ਉਹ ਨਹੀਂ ਬੋਲ ਰਹੇ ਹੈਗੇ, ਖੁੱਲ ਕੇ ਨਹੀਂ ਬਾਹਰ ਆ ਰਹੇ ਹੈਗੇ। ਲੋਕੀ ਬੋਲਣਗੇ ਔਰ ਬੋਲਣਾ ਚਾਹੀਦਾ ਹੈ। ਔਰ ਗੁਰੂ ਸਾਹਿਬ ਨੇ ਤਾਂ ਇਹੀ ਸਿਖਾਇਆ ਹੈ, ਅਸੀਂ ਤਾਂ ਲੋਕਾਂ ਦੇ ਲਈ ਬੋਲਦੇ ਰਹੇ ਹੈਗੇ ਆ, ਕੁਰਬਾਨੀਆਂ ਦੂਜਿਆਂ ਦੇ ਲਈ ਦਿੱਤੀਆਂ ਹੈਗੀਆਂ ਨੇ, ਆਪਣੇ ਲਈ ਬੋਲਣਾ ਬਹੁਤ ਜ਼ਰੂਰੀ ਹੈ। ਔਰ ਇਸ ਚੀਜ਼ ਦੇ ਉੱਤੇ ਕੁਐਸਚਨ ਹੋਰ ਵੀ ਬਹੁਤ ਲੋਕਾਂ ਦੇ ਹੈਗੇ ਸੀਗੇ ਵੀ ਤੁਸੀਂ ਇਸ ਟਾਪਿਕ ਤੇ ਬੋਲੋ, ਉਸ ਟਾਪਿਕ ਤੇ ਬੋਲੋ, ਪਰ ਮੈਂ ਕਿਹਾ ਵੀ ਨਹੀਂ, ਇਸ ਟਾਪਿਕ ਨੂੰ ਲੰਬਾ ਨਹੀਂ ਕਰਨਾ। ਬੇਨਤੀ ਇਹੀ ਕਰਨੀ ਹੈ, ਕਿਸਾਨਾਂ ਦਾ ਛੱਡੋ ਖਹਿੜਾ। ਔਰ ਜੋ ਤੁਸੀਂ ਲੰਡਨ ਦੇ ਵਿੱਚ ਕਰ ਰਹੇ ਹੈਗੇ ਹੋ, ਜੀ ਸਦਕੇ ਜੋ ਕੁਛ ਮਰਜ਼ੀ ਕਰੋ, ਅਮਿਤ ਸ਼ਾਹ ਦੇ ਨਾਲ ਪੰਗਾ ਲਓ, ਮੋਦੀ ਨਾਲ ਪੰਗੇ ਲੈ ਲਓ, ਵੀ ਡੋਂਟ ਕੇਅਰ। ਪਰ ਕਿਸਾਨ ਮੂਵਮੈਂਟ ਦੇ ਵਿੱਚ ਤੁਹਾਡਾ ਜ਼ਿਆਦਾ ਦਖਲ ਅੰਦਾਜ਼ੀ ਅੱਜ ਤੋਂ ਬਾਅਦ ਆਏਗੀ, ਉਹ ਸ਼ਾਇਦ ਪਰੇਸ਼ਾਨ ਕਰੇਗੀ ਸਾਰਿਆਂ ਨੂੰ। ਔਰ ਜੇ ਪਰੇਸ਼ਾਨ ਕਰੇਗੀ ਹੈਗੀ ਤੇ ਸਾਨੂੰ ਵੀ ਬੋਲਣ ਤੇ ਮਜਬੂਰ ਹੋਏਗਾ, ਔਰ ਅਸੀਂ ਚਾਹੁੰਦੇ ਨਹੀਂ ਹੈਗੇ। ਤੁਸੀਂ ਜੋ ਦੁਕਾਨਦਾਰੀ ਕਰਨੀ ਹੈਗੀ ਹੈ ਕਰੀ ਚੱਲੋ, ਸਾਨੂੰ ਕੋਈ ਫਰਕ ਨਹੀਂ। ਜੋ ਖਾਲਿਸਤਾਨ ਬਣਾਉਣਾ ਹੈ, ਜਿੰਨੇ ਮਰਜ਼ੀ ਟੁਕੜੇ ਕਰਨੇ ਹੈਗੇ ਨੇ ਕਰੀ ਚੱਲੋ, ਕਿਉਂਕਿ ਸਾਨੂੰ ਪਤਾ ਹੈਗਾ ਤੁਹਾਡੀ ਔਕਾਤ ਕੁਛ ਨਹੀਂ ਹੈਗੀ। 927 ਤੋਂ 928 ਵੋਟਾਂ ਤੁਹਾਡੀਆਂ ਬਣੀਆਂ ਨਹੀਂ ਹੈਗੀਆਂ। ਹੁਣ ਤੁਸੀਂ ਲੋਕਾਂ ਨੂੰ ਪਾਗਲ ਬਣਾ ਕੇ ਐਂ ਕਰਤਾ, ਵਾਹ ਕਰਤਾ ਹੈਗਾ, ਐਂ ਕਰ ਦਾਂਗੇ, ਉਹ ਬੰਦੇ ਹਾਇਰ ਕਰ ਲਏ ਹੈਗੇ। ਛੱਡੋ ਪੰਨੂ ਸਾਹਿਬ, ਜ਼ਿੰਦਗੀ ਬਹੁਤ ਛੋਟੀ ਹੈ, ਕੋਈ ਚੱਜ ਦਾ ਕੰਮ ਕਰੋ, ਲੋਕੀ ਯਾਦ ਰੱਖਣ। ਆ ਗੁੰਡਾਗਰਦੀ ਵਾਲੇ ਨੂੰ ਲੋਕੀ ਫਟਕਾਰਾਂ ਪੈਂਦੀਆਂ ਹੁੰਦੀਆਂ ਹੈਗੇ ਨੇ, ਕੋਈ ਨਹੀਂ ਬੋਲਦਾ ਹੈਗਾ, ਕੋਈ ਲੋਕਾਂ ਦੀ ਮਜਬੂਰੀ ਹੋਏਗੀ, ਲੋਕੀ ਬੋਲਣਗੇ। ਮਾਮਾ ਦੇ ਪੁੱਤ ਹੁੰਦੇ ਹੈਗੇ ਨੇ ਜਿਹੜੇ ਬਾਹੋਂ ਫੜ ਕੇ ਬਿਠਾ ਲੈਂਦੇ ਹੈਗੇ ਨੇ ਵੀ ਆਜੋ ਕਾਕਾ ਜੀ ਆਜੋ। ਔਰ ਮੈਨੂੰ ਲੱਗਦਾ ਹੈਗਾ ਜਿਹੜੇ ਹਿਸਾਬ ਨਾਲ ਸਿਚੁਏਸ਼ਨ ਹੈਗੀ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਇਦਾਂ ਹੀ ਹੋਏਗੀ। ਇਹ ਕਹੀ ਜਾਣਾ ਹਾਂਜੀ ਹਾਂ ਏਜੰਸੀਆਂ ਨੇ ਕਰਾਤਾ ਜੀ, ਫਲਾਣੇ ਨੇ ਕਰਾਤਾ, ਉਹਨੇ ਕਰਾਤਾ, ਨਹੀਂ, ਤੁਹਾਨੂੰ ਪਤਾ ਹੈ, ਤੁਹਾਨੂੰ ਪਤਾ ਪੰਨੂ ਸਾਹਿਬ, ਸਫਾਈ ਪੇਸ਼ ਕਰੋ। ਆਉਣ ਵਾਲੇ ਸਮੇਂ ਦੇ ਵਿੱਚ ਇਸ ਟੌਪਿਕ ਦੇ ਵਿੱਚ ਜ਼ਰੂਰਤ ਪਈ ਥੋੜਾ ਜਿਹਾ ਹੋਰ ਵੀ ਇਹਨੂੰ ਨੈਕਸਟ ਸਟੈਪ ਤੇ ਲੈ ਕੇ ਜਾਵਾਂਗੇ। ਫਿਲਹਾਲ ਅੱਜ ਦੀ ਇੱਥੇ ਇੰਨੀ ਬਹੁਤ ਹੈ, ਬਟ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਾਫੀ ਜਿਹੜੇ ਹੈਗੇ ਨੇ ਅਹਿਮ ਮੁੱਦੇ ਹੈਗੇ ਨੇ, ਉਹਨਾਂ ਨੂੰ ਅਲੱਗ-ਅਲੱਗ ਸਮੇਂ ਦੇ ਉੱਤੇ ਆਪਾਂ ਗੱਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।